ਵਾਹਿਗੁਰੂ ਸਾਹਿਬ ਜੀਓ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸਤਾਂ ਕੈ, ਜਾ ਕਾ ਸਤਿਗੁਰ ਪੂਰਾ। ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਿਲਾ ਪੰਜਵਾ। ਚੇਤਾਈ ਤਾ ਚੇਤ, ਸਾਹਿਬ ਸੱਚਾ ਸੋ ਤਣੀ। ਨਾਨਕ ਸਤਿਗੁਰ ਸੇਵ, ਚੜ ਬੋਹਿਤ ਭਉ ਜਲ ਪਾਰ ਪਉ। ਮਹਿਲਾ ਪੰਜਵਾ। ਬਾਊ ਸੰਦੇ ਕੱਪੜੇ, ਪਹਿਰੈ ਗਰਭ ਗਵਾਰ। ਨਾਨਕ ਨਾਲ ਨ ਚੱਲਈ, ਜਲ ਬਲ ਹੋਏ ਸ਼ਾਰ। ਬਾਊ ਸੰਦੇ ਕੱਪੜੇ, ਪਹਿਰੈ ਗਰਭ ਗਵਾਰ। ਨਾਨਕ ਨਾਲ ਨਾ ਚੱਲਣੀ, ਜਲ ਬਲ ਹੋਏ ਸ਼ਾਰ। ਪੌੜੀ। ਸੇ ਉਬਰੇ ਜਗੈ ਵਿੱਚ, ਜੋ ਸੱਚੈ ਰੱਖੇ। ਮੋਹ ਡਿਠੈ ਤਿਨ ਕੈ ਜੀਵੀਐ, ਹਰਿ ਅੰਮ੍ਰਿਤ ਚਖੇ। ਕਾਮ ਕ੍ਰੋਧ ਲੋਭ ਮੋਹ, ਸੰਗ ਸਾਧਾ ਪਖੇ। ਕਰ ਕਿਰਪਾ ਪ੍ਰਭ ਆਪਣੀ, ਹਰ ਆਪ ਪਰਖੇ। ਨਾਨਕ ਚਲਤ ਨਾ ਜਾਪਨੀ, ਕੋ ਸਕੈ ਨ ਲਖੈ। ਕਰ ਕਿਰਪਾ ਪ੍ਰਭ ਆਪਣੀ, ਹਰ ਆਪ ਪਰਖੇ। ਨਾਨਕ ਚਲਤ ਨ ਜਾਪਨੀ, ਕੋ ਸਕੈ ਨ ਲਖੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤ ਸੰਗੀ ਜਨੋ, ਬਹੁਤ ਹੀ ਵਡਭਾਗੇ ਆ ਜੋ ਕਿ ਰੋਜ਼ਾਨਾ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਲੜੀਵਾਰ ਚੱਲ ਰਹੀ ਕਥਾ ਵਿਚਾਰ, ਗੌੜੀ ਕੀ ਬਾਰ, ਮਹਿਲਾ ਪੰਜਵਾ, ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 318। ਆਓ ਗੁਰੂ ਪਿਆਰਿਓ, ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਦੇ ਸ਼ਲੋਕ ਰਾਹੀਂ ਮਾਨਵਤਾ ਨੂੰ ਸੁਨੇਹਾ ਦੇ ਰਹੇ ਨੇ। ਆਓ ਨਾਲ ਗੁਰਬਾਣੀ ਦੀ ਵਿਚਾਰ, ਅੱਜ ਦਾ ਜੋ ਇਤਿਹਾਸ ਹੈ, ਵਿਸਾਖੀ ਨਾਲ ਸੰਬੰਧਿਤ ਧੰਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ, ਇਹਨਾਂ ਬਾਰੇ ਵੀ ਆਪਾਂ ਸੰਖੇਪ ਅੰਦਰ ਵਿਚਾਰ ਕਰਾਂਗੇ। ਪਹਿਲਾਂ ਬਾਣੀ ਦੀ ਵਿਚਾਰ ਆਪਾਂ ਸ਼ੁਰੂ ਕਰਦੇ ਹਾਂ ਜੀ ਰੂਟੀਨ ਦੇ ਮੁਤਾਬਕ। ਸ਼ਲੋਕ ਮਹਿਲਾ ਪੰਜਵਾ। ਸਤਿਗੁਰੂ
ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ, ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋ ਧਣੀ, ਨਾਨਕ ਸਤਿਗੁਰ ਸੇਵ ਚੜ ਬੋਹਿਤ ਭੌਜਲ ਪਾਰ ਪਾਓ। ਹੇ ਨਾਨਕ, ਜੇ ਤੈਨੂੰ ਚੇਤਾ ਹੈ ਕਿ ਉਹ ਪ੍ਰਭੂ ਮਾਲਕ ਸਦਾ ਥਿਰ ਰਹਿਣ ਵਾਲਾ ਹੈ, ਉਸ ਮਾਲਕ ਨੂੰ ਸਿਮਰ ਭਾਵ ਤੈਨੂੰ ਪਤਾ ਹੀ, ਤੈਨੂੰ ਇਹ ਵੀ ਗੱਲ ਦਾ ਪਤਾ ਹੈ, ਸਮਝ ਹੈ ਕਿ ਉਹ ਮਾਲਕ ਵਾਹਿਗੁਰੂ ਸਦਾ ਥਿਰ ਰਹਿਣ ਵਾਲਾ ਹੈ, ਫਿਰ ਵੀ ਤੂੰ ਉਹਨੂੰ ਕਿਉਂ ਨਹੀਂ ਚੇਤੇ ਕਰਦਾ, ਕਿਉਂ ਨਹੀਂ ਸਿਮਰਦਾ? ਸਤਿਗੁਰੂ ਜੀ ਕਹਿ ਰਹੇ ਨੇ, ਗੁਰੂ ਦੇ ਹੁਕਮ ਵਿੱਚ ਤੁਰ ਕੇ, ਗੁਰੂ ਦੇ ਹੁਕਮ ਰੂਪ ਜਹਾਜ਼ ਵਿੱਚ ਚੜ੍ਹ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ। ਸਭ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇੱਥੇ ਚੇਤੇ ਦੀ ਗੱਲ ਕੀਤੀ ਹੈ, ਚੇਤਨ ਦੀ ਗੱਲ ਕੀਤੀ ਹੈ। ਜਿਵੇਂ ਆਪਾਂ ਬਾਣੀ ਦਾ ਇੱਕ ਬਚਨ ਪੜ੍ਹਦੇ ਹਾਂ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਹੈ ਜੀ, ਉਹ ਸ਼ਬਦ ਅੰਦਰ ਵੀ ਇੱਕ ਸ਼ਬਦ ਆਪਾਂ ਇਸੇ ਨਾਲ ਮਿਲਦਾ ਜੁਲਦਾ ਪੜ੍ਹਦੇ ਹਾਂ। ਪਾਤਸ਼ਾਹ ਜੀ ਕਹਿੰਦੇ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਨਿਸ ਦਿਨ ਮੈਂ ਪ੍ਰਾਣੀ, ਦਿਨ ਅਤੇ ਰਾਤ। ਪਾਤਸ਼ਾਹ ਜੀ ਕਹਿੰਦੇ, ਦਿਨ ਅਤੇ ਰਾਤ ਉਹਨੂੰ ਚੇਤੇ ਕਰ, ਉਹਦੇ ਨਾਲ ਧਿਆਨ ਜੋੜ ਕੇ ਰੱਖ, ਸੁਰਤੀ ਜੋੜ ਕੇ ਰੱਖ। ਉਮਰ ਤੇਰੀ ਗੁਜ਼ਰਦੀ ਜਾ ਰਹੀ ਹੈ, ਲੰਘਦੀ ਜਾ ਰਹੀ ਹੈ। ਕਿਸ ਤਰ੍ਹਾਂ ਲੰਘਦੀ ਹੈ? ਛਿਨ ਛਿਨ ਔਦ ਵਿਹਾਤ ਹੈ, ਫੂਟੈ ਘਟ ਜਿਉ ਪਾਣੀ। ਜਿਵੇਂ ਘੜੇ ਦੇ ਅੰਦਰੋਂ ਪਾਣੀ ਸਿਮਦਾ ਨਾ, ਥੋੜਾ ਥੋੜਾ ਕਰਕੇ ਨਿਕਲ ਜਾਂਦਾ ਸਾਰਾ ਪਾਣੀ। ਸਰੀਰ ਰੂਪੀ ਘੜੇ ਦੇ ਵਿੱਚੋਂ ਵੀ ਸਾਹ ਹੌਲੀ ਹੌਲੀ ਮੁੱਕਦੇ ਜਾਂਦੇ ਨੇ ਜੀ। ਪਤਾ ਨਹੀਂ ਕਿਹੜੇ ਵੇਲੇ ਇਹ ਘੜਾ ਫੁੱਟ ਜਾਵੇ, ਫਿਰ ਦੁਬਾਰਾ ਨਹੀਂ ਜੁੜਦਾ। ਫਿਰ ਦੁਬਾਰਾ ਤਾਂ ਇਹ ਮਿੱਟੀ ਵਿੱਚ ਜੁੜਨ ਦੀ ਜੇ ਆਪਾਂ ਕੋਸ਼ਿਸ਼ ਕਰੀਏ, ਨਹੀਂ ਜੁੜ ਸਕਦਾ। ਘੜੇ ਨੂੰ ਜੇ ਫੁੱਟ ਜਾਂਦਾ ਨਾ ਘੜਾ, ਸਰੀਰ ਰੂਪੀ ਘੜਾ ਜਦੋਂ ਫੁੱਟਦਾ, ਇਹ ਤਾਂ ਫਿਰ ਮਿੱਟੀ ਬਣਦਾ, ਮਿੱਟੀ ਅੰਦਰ ਮਿਲ ਜਾਂਦਾ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋ ਧਣੀ। ਧਣੀ ਦਾ ਅਰਥ ਹੁੰਦਾ ਜੀ ਮਾਲਕ, ਜਿਹਦੇ ਕੋਲ ਬਹੁਤ ਪੈਸਾ ਹੋਵੇ, ਜਿਹਦੇ ਕੋਲ ਬਹੁਤ ਪਦਾਰਥ ਹੋਣ, ਆਪਾਂ ਕਹਿੰਦੇ ਧਣੀ ਹੈ ਬੰਦਾ, ਇਹ ਸ਼ਾਹੂਕਾਰ ਹੈ, ਬਹੁਤ ਵੱਡਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਜੋ ਸਭ ਤੋਂ ਵੱਡਾ ਹੈ ਨਾ, ਜੋ ਧਣੀ ਹੈ, ਮਾਲਕ ਹੈ, ਉਸ ਮਾਲਕ ਵਾਹਿਗੁਰੂ ਨੂੰ ਚੇਤੇ ਕਰਿਆ ਕਰ, ਉਸ ਮਾਲਕ ਵਾਹਿਗੁਰੂ ਨਾਲ ਜੁੜਿਆ ਕਰ। ਅੱਗੇ ਮਹਾਰਾਜ ਕਹਿੰਦੇ, ਨਾਨਕ ਸਤਿਗੁਰ ਸੇਵ। ਹੇ ਨਾਨਕ, ਪਾਤਸ਼ਾਹ ਜੀ ਕਹਿ ਰਹੇ ਨੇ, ਸਤਿਗੁਰੂ ਨੂੰ ਸੇਵ, ਉਹਦੀ ਸੇਵਾ ਵਿੱਚ ਅਲੱਗ। ਚੜ ਬੋਹਿਤ, ਬੋਹਿਤ ਦਾ ਅਰਥ ਹੁੰਦਾ ਜੀ ਜਹਾਜ਼। ਉਹਨੂੰ ਚੇਤ ਕੇ, ਉਹਦੀ ਸੇਵਾ ਕਰਕੇ ਮਹਾਰਾਜ ਕਹਿੰਦੇ, ਬੋਹਿਤ ਭੌਜਲ ਪਾਰ ਪਾਓ। ਨਾਮ ਰੂਪੀ ਬੇੜੇ ਉੱਤੇ ਚੜ੍ਹ ਕੇ, ਨਾਮ ਰੂਪੀ ਜਹਾਜ਼ ਉੱਤੇ ਚੜ੍ਹ ਕੇ ਤੂੰ ਸੰਸਾਰ ਦੇ ਝਮੇਲਿਆਂ ਤੋਂ ਬਚ ਜਾਵੇਂਗਾ, ਤਰ ਜਾਵੇਂਗਾ। ਨਾਮ ਰੂਪੀ ਜਿਹੜਾ ਜਹਾਜ਼ ਆ ਨਾ, ਤੈਨੂੰ ਕਦੇ ਡੁੱਬਣ ਨਹੀਂ ਦਿੰਦਾ। ਨਾਮ ਵਾਲਾ ਜਿਹੜਾ ਜਹਾਜ਼ ਹੈ, ਸਤਿਗੁਰੂ ਮਹਾਰਾਜ ਇੱਥੇ ਇਹੀ ਇੱਕ ਅਲੰਕਾਰ ਦੇ ਵਿੱਚ, ਵਿਅੰਗ ਦੇ ਵਿੱਚ ਗੱਲ ਕਰਦੇ ਨੇ ਜੀ। ਪਾਤਸ਼ਾਹ ਜੀ ਕਹਿੰਦੇ, ਸਮੁੰਦਰ ਤੋਂ ਪਾਰ ਹੋਣ ਵਾਸਤੇ, ਜਿਹੜਾ ਸੰਸਾਰ ਸਮੁੰਦਰ ਹੈ, ਤਾਂ ਤੈਨੂੰ ਗੁਰੂ ਰੂਪੀ ਜਹਾਜ਼ ਦਾ ਆਸਰਾ ਲੈਣਾ ਪਵੇਗਾ, ਨਾਮ ਰੂਪੀ ਜਹਾਜ਼ ਦਾ ਆਸਰਾ ਲੈਣਾ ਪਵੇਗਾ। ਅੱਗੇ ਸਤਿਗੁਰੂ ਮਹਾਰਾਜ ਨੇ ਜੋ ਅਗਲੇ ਸ਼ਲੋਕ ਅੰਦਰ ਵਿਚਾਰ ਦਿੱਤੀ ਹੈ ਜੀ। ਪਹਿਲੇ ਸ਼ਲੋਕ ਅੰਦਰ ਮਹਾਰਾਜ ਨੇ ਚੇਤੇ ਦੀ ਗੱਲ ਕੀਤੀ ਹੈ, ਸਿਮਰਨ ਦੀ ਗੱਲ ਕੀਤੀ ਹੈ। ਸਾਹਿਬ ਨੂੰ ਚੇਤੇ ਕਰੀਏ, ਯਾਦ ਕਰੀਏ, ਉਹਦੇ ਨਾਲ ਜੁੜੀਏ। ਫਿਰ ਮਹਾਰਾਜ ਕਹਿੰਦੇ, ਜਦੋਂ ਚੇਤੇ ਕਰਨ ਲੱਗ ਗਿਆ ਨਾ ਸਾਡਾ ਮਨ, ਗੁਰਬਾਣੀ ਨਾਲ ਜੁੜ ਗਿਆ, ਨਾਮ ਨਾਲ ਜੁੜ ਗਿਆ, ਫਿਰ ਸੇਵਾ ਕਰਕੇ ਚੜ ਬੋਹਿਤ ਭੌਜਲ ਪਾਰ ਪਾਓ। ਫਿਰ ਸੰਸਾਰ ਸਮੁੰਦਰ ਦੇ ਝਮੇਲਿਆਂ ਤੋਂ, ਵਿਕਾਰਾਂ ਤੋਂ ਅਸੀਂ ਪਾਰ ਹੋ ਜਾਵਾਂਗੇ, ਬਚ ਜਾਵਾਂਗੇ। ਅੱਗੇ ਦੂਸਰਾ ਜਿਹੜਾ ਸ਼ਲੋਕ ਹੈ ਜੀ, ਮਹੱਲਾ ਪੰਜਵਾ, ਮਹਾਰਾਜ ਕਹਿੰਦੇ, ਬਾਊ ਸੰਧੇ ਕੱਪੜੇ ਪਹਿਰੈ ਗਰਭ ਗਵਾਰ। ਇਹਨੂੰ ਧਿਆਨ ਨਾਲ ਸਮਝੋ ਜੀ। ਬਾਊ ਸੰਧੇ ਦਾ ਅਰਥ ਹੈ ਹਵਾ ਦੇ
ਹਵਾ ਵਰਗੇ ਬਰੀਕ, ਸੋਹਣੇ ਸੋਹਣੇ ਬਰੀਕ। ਪਹਿਰੇਦਾਰ ਤਾਂ ਪਹਿਨਦੇ ਨੇ, ਗਰਭ ਦਾ ਅਰਥ ਹੁੰਦਾ ਜੀ ਹੰਕਾਰ ਕਰਨਾ, ਬੱਬੇ ਨਾਲ ਆਇਆ, ਆਕੜ ਦੇ ਵਿੱਚ ਰਹਿਣਾ। ਗਵਾਰ ਦਾ ਅਰਥ ਹੁੰਦਾ ਹੈ ਮੂਰਖ ਮਨੁੱਖ। ਸ਼ਾਰ ਦਾ ਅਰਥ ਹੁੰਦਾ ਸੁਆਹ ਹੋ ਜਾਂਦੇ ਨੇ। ਸਤਿਗੁਰ ਮਹਾਰਾਜ ਨੇ ਇੱਕ ਵਿਅੰਗ ਦੇ ਵਿੱਚ, ਇੱਕ ਅਲੰਕਾਰ ਦੇ ਵਿੱਚ ਇੱਕ ਗੱਲ ਰੱਖੀ ਹੈ ਸਾਡੇ ਸਾਹਮਣੇ ਜੀ। ਵੇਖੋ, ਕੱਪੜਾ ਤਨ ਵਾਸਤੇ ਬਣਿਆ, ਪਹਿਨਣਾ ਚਾਹੀਦਾ। ਇੱਥੇ ਦੁਨੀਆ ਦੇ ਉੱਤੇ, ਸੰਸਾਰ ਉੱਤੇ ਕੋਈ ਬੰਦਾ ਮਹਿੰਗਾ ਪਾ ਕੇ ਗੁਜ਼ਾਰਾ ਕਰਦਾ ਹੈ, ਕੋਈ ਬੰਦਾ ਮਹਿੰਗਾ ਪਾ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ, ਨਿਭਾ ਰਿਹਾ, ਕੋਈ ਬੰਦਾ ਸਸਤਾ ਪਾ ਕੇ ਆਪਣਾ ਗੁਜ਼ਾਰਾ ਕਰ ਰਿਹਾ। ਸਤਿਗੁਰ ਮਹਾਰਾਜ ਨੇ ਇੱਥੇ ਕੱਪੜੇ ਦਾ ਇੱਕ ਪ੍ਰਤੀਕ ਵਰਤਿਆ ਜੀ। ਜੇ ਕੋਈ ਬੰਦਾ ਆਪਣੇ ਤਨ ਉੱਤੇ ਸੋਹਣੇ ਤੋਂ ਸੋਹਣਾ ਕੱਪੜਾ ਪਹਿਨੇ, ਸਤਿਗੁਰ ਮਹਾਰਾਜ ਕਹਿੰਦੇ ਇੱਥੇ ਸਮਝਾ ਰਹੇ ਨੇ, ਮੂਰਖ ਮਨੁੱਖ ਸੋਹਣੇ ਤੋਂ ਸੋਹਣੇ ਬਰੀਕ ਕੱਪੜੇ ਬੜੀ ਆਕੜ ਨਾਲ ਪਹਿਨਦੇ ਨੇ। ਵੇਖੋ, ਜੇ ਤੇਰੇ ਕੋਲ ਜਿੰਨੀ ਕੁ ਸਮਤਾ, ਜਿੰਨੇ ਕੁ ਪਾਇਆ ਕੱਪੜੇ ਪਹਿਨ, ਕੱਪੜਾ ਤਨ ਵਾਸਤੇ ਬਣਿਆ। ਹੁਣ ਵਧੀਆ ਮਹਿੰਗਾ ਕੱਪੜਾ ਪਾ ਕੇ ਆਕੜ ਕਰੀ ਜਾਣੀ ਹੈ, ਕੋਈ ਗੱਲ ਥੋੜ੍ਹੀ ਹੈ। ਕਿਸੇ ਦੂਜੇ ਨੂੰ ਨੀਵਾਂ ਵਿਖਾਈ ਜਾਣਾ ਅਕਸਰ ਹੁੰਦਾ ਜੀ ਸੰਸਾਰ ਅੰਦਰ। ਬਹੁਤ ਥਾਵਾਂ ਤੇ ਆਪਾਂ ਵੇਖਦੇ ਹਾਂ। ਪਾਤਸ਼ਾਹ ਜੀ ਦੇ ਇਸ ਬਚਨ ਨੂੰ ਥੋੜ੍ਹਾ ਸਮਾਜ ਅੰਦਰ ਲਾ ਕੇ ਵੇਖੀਏ, ਇਹ ਗੱਲਾਂ ਅੱਜ ਵੀ ਪ੍ਰਚਲਿਤ ਨੇ। ਸਾਡੇ ਸੰਸਾਰ ਅੰਦਰ ਕੰਮ ਨਹੀਂ ਵੇਖਿਆ ਜਾਂਦਾ, ਕਿਰਦਾਰ ਨਹੀਂ ਵੇਖਿਆ ਜਾਂਦਾ। ਜੇ ਆਪਾਂ ਅੱਜ ਗੱਲ ਕਰਾਂਗੇ, ਗੁਰੂ ਸਾਹਿਬ ਨੇ ਕੋਈ ਮਹਿੰਗਾ ਕੱਪੜਾ ਪਹਿਨਣ ਤੋਂ ਮਨਾ ਨਹੀਂ ਕੀਤਾ, ਵਧੀਆ ਕੱਪੜੇ ਪਹਿਨਣ ਤੋਂ ਮਨਾ ਨਹੀਂ ਕੀਤਾ। ਸ਼ਾਹੀ ਠਾਠ ਬਾਠ ਨਾਲ ਗੁਰੂ ਸਾਹਿਬ ਜੀ ਆਪ ਰਹਿੰਦੇ ਰਹੇ ਨੇ। ਆਪਣੇ ਸਿੱਖ ਨੂੰ ਵੀ ਕਹਿੰਦੇ ਨੇ ਮਹਾਰਾਜ ਵਧੀਆ ਬਣ ਕੇ ਰਹਿ। ਪਰ ਸਾਡੇ ਮਨ ਦੀ ਭਾਵਨਾ, ਸਾਡੇ ਮਨ ਦੀ ਮਨਸ਼ਾ ਇਹ ਨਾ ਹੋਵੇ ਵੀ ਅਸੀਂ ਦੂਜੇ ਨੂੰ ਨੀਵਾਂ ਵਿਖਾ ਦਈਏ, ਵੀ ਤੇਰੇ ਕੋਲ ਤਾਂ ਕੁਝ ਹੈ ਨਹੀਂ, ਜੋ ਕੁਝ ਹੈ ਮੇਰੇ ਕੋਲ ਹੈ। ਮੇਰੇ ਤਨ ਤੇ ਪਾਇਆ ਕੱਪੜਾ ਬਹੁਤ ਮਹਿੰਗਾ ਹੈ, ਬਹੁਤ ਮਹਿੰਗੇ ਪੈਸਿਆਂ ਦਾ ਹੈ। ਇਸ ਤਰ੍ਹਾਂ ਇੱਕ ਤਾਂ ਆਪਣੀ ਫੋਕੀ ਵਡਿਆਈ ਕਹਿ ਲਓ ਕਰਵਾਉਣੀ ਜਾਂ ਕਰਨੀ, ਇੱਕ ਦੂਸਰੇ ਨੂੰ ਨੀਵਾਂ ਵਿਖਾਉਣ ਵਾਸਤੇ ਗੱਲਾਂ ਕੀਤੀਆਂ ਜਾਂਦੀਆਂ ਨੇ। ਗੁਰੂ ਅਰਜਨ ਸਾਹਿਬ ਨੇ ਸ਼ਲੋਕ ਬੜਾ ਕਮਾਲ ਦਾ ਵਰਤਿਆ ਜੀ ਇੱਥੇ। ਮਹਾਰਾਜ ਕਹਿੰਦੇ, ਬਾਊ ਸੰਦੇ ਕੱਪੜੇ ਪਹਿਰੈ ਗਰਭ ਗਵਾਰ, ਮੂਰਖ ਬੰਦੇ, ਹੰਕਾਰ ਵਿੱਚ ਮੱਤੇ ਹੋਏ ਬੰਦੇ, ਆਕੜ ਵਿੱਚ ਤੁਰਨ ਵਾਲੇ ਬੰਦੇ। ਸ਼ਬਦ ਵੀ ਇਹੀ ਵਰਤਿਆ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ। ਗਵਾਰ ਬੰਦੇ ਸਭ ਕੁਝ ਕਰਦੇ ਨੇ। ਅੱਗੇ ਮਹਾਰਾਜ ਨੇ ਇੱਕ ਸ਼ਬਦ ਵਰਤਿਆ, ਨਾਨਕ ਨਾਲ ਨਾ ਚੱਲਣੀ। ਹੇ ਨਾਨਕ, ਕਾਹਦਾ ਹੰਕਾਰ ਕਰਦਾ? ਧਨ ਦਾ ਹੰਕਾਰ ਕਰਦਾ, ਕੱਪੜੇ ਦਾ ਹੰਕਾਰ ਕਰਦਾ, ਪੈਸੇ ਦਾ ਹੰਕਾਰ ਕਰਦਾ, ਪ੍ਰਾਪਰਟੀ ਜ਼ਮੀਨ ਦਾ ਹੰਕਾਰ ਕਰਦਾ। ਮਹਾਰਾਜ ਕਹਿੰਦੇ, ਨਾਨਕ ਨਾਲ ਨਾ ਚੱਲਣੀ। ਗੁਰਮੁਖ ਪਿਆਰਿਆ, ਪਾਤਸ਼ਾਹ ਜੀ ਕਹਿੰਦੇ ਇਹਨਾਂ ਵਿੱਚੋਂ ਕੋਈ ਚੀਜ਼ ਨਾਲ ਨਹੀਂ ਜਾਂਦੀ। ਤਨ ਤੇ ਪਾਇਆ ਮਹਿੰਗਾ ਕੱਪੜਾ ਵੀ ਇੱਕ ਦਿਨ ਸੜਨਾ ਹੈ। ਜਿਹਦਾ ਹੰਕਾਰ ਕਰਕੇ ਬੈਠਾ ਨਾ, ਮਹਾਰਾਜ ਕਹਿੰਦੇ, ਜਿਹਦਾ ਹੰਕਾਰ ਸਰੀਰ ਦਾ ਹੰਕਾਰ ਕਰਕੇ ਬੈਠਾ, ਕੱਪੜੇ ਦਾ ਹੰਕਾਰ ਕਰਕੇ ਬੈਠਾ, ਪ੍ਰਾਪਰਟੀ ਦਾ ਹੰਕਾਰ ਕਰਕੇ ਬੈਠਾ, ਇਹ ਸਭ ਕੁਝ ਪਾਇਆ ਸਰੀਰ ਤੇ ਮਹਿੰਗਾ ਕੱਪੜਾ ਵੀ ਇੱਕ ਦਿਨ ਸੜ ਕੇ ਰਾਖ ਬਣ ਜਾਣਾ, ਸਵਾਹ ਬਣ ਜਾਣਾ। ਪਾਤਸ਼ਾਹ ਜੀ ਨੇ ਇੱਥੇ ਸ਼ਬਦ ਵਰਤਿਆ, ਨਾਨਕ ਨਾਲ ਨਾ ਚੱਲਣੀ, ਜਲ ਬਲ ਹੋਏ ਸ਼ਾਰ। ਇਹ ਨਾਨਕ, ਇਹ ਸਭ ਕੁਝ ਤੇਰੇ ਨਾਲ ਨਹੀਂ ਨਿਭਣਾ, ਤੇਰਾ ਤਨ ਵੀ ਤੇਰੇ ਨਾਲ ਨਹੀਂ ਨਿਭਣਾ। ਗੁਰਬਾਣੀ ਦੇ ਕਿੰਨੇ ਪਿਆਰੇ ਸ਼ਬਦ ਨੇ, ਕਿੰਨੇ ਗੁਰਬਾਣੀ ਬੰਦੇ ਦੇ ਤੀਰ ਮਾਰਦੀ ਹੈ, ਗੁਰਬਾਣੀ ਕਿੰਨੇ ਬਾਣ ਮਾਰਦੀ ਹੈ। ਪਰ ਮਨੁੱਖ ਫਿਰ ਵੀ ਗੱਲਾਂ ਸਮਝਦਾ ਨਹੀਂ, ਧਿਆਨ ਵਿੱਚ ਨਹੀਂ ਲੈ ਕੇ ਆਉਂਦਾ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿੱਡਾ ਕੀਮਤੀ ਬਚਨ ਸਾਡੇ ਨਾਲ ਸਾਂਝਾ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਮੁਬਾਰਕ ਬਾਣੀ ਦੇ ਅੰਦਰ ਬਹੁਤ, ਜੇ ਅਸੀਂ ਡੂੰਘਾਈ ਵੱਲ ਜਾਵਾਂਗੇ ਨਾ, ਹਰ ਇੱਕ ਚੀਜ਼ ਦੀ ਮਹਾਰਾਜ ਨੇ ਵਿਆਖਿਆ ਸਾਡੇ ਸਨਮੁਖ ਰੱਖੀ, ਹਰ ਇੱਕ ਚੀਜ਼ ਦੀ। ਕਿਉਂ ਮਹਾਰਾਜ ਨੇ ਸਭ ਕੁਝ ਸਾਡੇ ਸਾਹਮਣੇ ਰੱਖਿਆ? ਕਿਉਂਕਿ ਗੁਰੂ ਕੇ ਸਿੱਖ ਦੇ ਅੰਦਰ, ਗੁਰੂ ਕੇ ਪਿਆਰੇ ਅੰਦਰ ਕਿਸੇ ਵੀ ਗੱਲ ਦਾ ਹੰਕਾਰ ਨਾ ਪੈਦਾ ਹੋ ਜਾਵੇ। ਜੇ ਹੰਕਾਰ ਪੈਦਾ ਹੋ ਗਿਆ ਨਾ, ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੈ ਜੀ, ਹੰਕਾਰ ਕਰਨ ਵਾਲਾ ਬੰਦਾ ਗਲ ਜਾਂਦਾ, ਮਰ ਜਾਂਦਾ। ਹੰਕਾਰ ਬੰਦੇ ਨੂੰ ਡੇਗ ਦਿੰਦਾ। ਇਸ ਕਰਕੇ ਮਹਾਰਾਜ ਕਹਿੰਦੇ, ਕਿਸੇ ਵੀ ਗੱਲ ਦਾ ਹੰਕਾਰ ਨਾ ਕਰ,
क्योंकि जो शरीर दे लई बणिया पहनना पैंदा है। इत्थे महाराज कह रहे ने नानक नाल न चलनी जल बल होए शार पौड़ी सही उभरै जगह विच जो रखै जो सच्चा रखे। उभरे का अर्थ है जी तर गए, बच गए विकारां तो, हंकार तो बच गए। संसार अंदर वो तर जाते ने जिन्हां उत्ते सच्चा परमात्मा कृपा रहमत करदा है, जिन्हां नूं बचा लैंदा वो वाहिगुरू। अगे महाराज कह रहे ने जी मूँह डिठै तिनकै जीविए हर अमृत चखै। सतगुर महाराज कहंदे इत्थे एक शब्द वरत्या जी, पातशाह जी इस पौड़ी के अंदर कह रहे ने संसार अंदर ਉਹੀ ਮਨੁੱਖ ਬਚੇ ਹਨ ਜਿਨ੍ਹਾਂ ਨੂੰ ਸੱਚੇ ਪ੍ਰਭੂ ਨੇ ਰੱਖ ਲਿਆ ਹੈ। ਐਸੇ ਮਨੁੱਖਾਂ ਦਾ ਦਰਸ਼ਨ ਕਰਕੇ ਹਰ ਨਾਮ ਅੰਮ੍ਰਿਤ ਚੱਖ ਸਕੀਦਾ ਹੈ। ਅਖਰੀ ਅਰਥ ਨੇ ਜੀ ਮਹਾਰਾਜ ਕਹਿੰਦੇ ਮੂੰਹ ਡਿੱਠੈ ਤਿਨਕੈ ਜੀਵੀਐ ਹਰ ਅੰਮ੍ਰਿਤ ਚੱਖੈ। ਜਿਹੜੇ ਬਚ ਗਏ ਨੇ ਨਾ ਵਿਕਾਰਾਂ ਦੇ ਵਿੱਚੋਂ, ਮਾੜੇ ਕੰਮਾਂ ਤੋਂ ਬਚ ਗਏ ਨੇ, ਮਹਾਰਾਜ ਕਹਿੰਦੇ ਉਹਨਾਂ ਦਾ ਮੁੱਖ ਮੈਂ ਹਰ ਵੇਲੇ ਵੇਖਦਾ ਰਵਾਂ। ਉਹਨਾਂ ਦਾ ਮੱਥੇ ਲੱਗਿਆ ਵੀ ਚੰਗਾ ਹੁੰਦਾ ਹੈ, ਉਹਨਾਂ ਨਾਲ ਬੈਠਿਆ, ਉਹਨਾਂ ਨਾਲ ਸੰਗਤ ਕੀਤੀ ਵੀ ਚੰਗੀ ਹੁੰਦੀ ਹੈ, ਜਿਹੜੇ ਅੰਮ੍ਰਿਤ ਰੂਪੀ ਨਾਮ ਚੱਖਦੇ ਨੇ ਅਤੇ ਆਪਣੇ ਸੰਗੀਆਂ ਨੂੰ, ਸਾਥੀਆਂ ਨੂੰ ਵੀ ਅੰਮ੍ਰਿਤ ਰੂਪੀ ਨਾਮ ਚਖਾਉਂਦੇ ਨੇ। ਅੱਗੇ ਮਹਾਰਾਜ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਸੰਗ ਸਾਧਾ ਪਖੇ। ਅੰਦਰ ਦਾ ਜਿਹੜਾ ਕਾਮ ਸੀ, ਕ੍ਰੋਧ ਸੀ, ਲੋਭ ਮੋਹ ਸੀ, ਸਤਿਗੁਰ ਮਹਾਰਾਜ ਕਹਿ ਰਹੇ ਨੇ ਜੀ ਇੱਥੇ ਜਦੋਂ ਅਜਿਹੇ ਸਾਧ ਗੁਰੂ ਦੇ ਦੀਦਾਰ ਹੋ ਗਏ ਨਾ, ਇਹ ਜਿਹੜੇ ਵਿਕਾਰ ਸੀ ਸਭ ਨਾਸ਼ ਹੋ ਗਏ। ਜਦੋਂ ਗੁਰੂ ਦੇ ਦੀਦਾਰ ਹੋ ਗਏ ਸੰਗਤ ਵਿੱਚ ਆ ਕੇ, ਇਹ ਅੰਦਰ ਦਾ ਕਾਮ ਕ੍ਰੋਧ ਜਿਹੜੇ 5 ਵਿਕਾਰ ਸੀ ਜਿਹੜੇ ਸਾਡੇ ਸਰੀਰ ਨੂੰ ਬਰਬਾਦ ਕਰਦੇ ਨੇ, ਉਹਨਾਂ ਤੋਂ ਵੀ ਖਹਿੜਾ ਛੁੱਟ ਗਿਆ। ਅੱਗੇ ਸਤਿਗੁਰ ਮਹਾਰਾਜ ਅਗਲੀ ਪੰਕਤੀ ਵਿੱਚ ਕਹਿ ਰਹੇ ਨੇ ਕਰ ਕਿਰਪਾ ਪ੍ਰਭ ਆਪਣੀ ਹਰ ਆਪ ਪਰਖੇ। हे ਪ੍ਰਭੂ ਜੀ ਕਿਰਪਾ ਕਰ, ਰਹਿਮਤ ਕਰ, ਆਪਣੀ ਕਿਰਪਾ ਦੇ ਨਾਲ ਸਾਨੂੰ ਪਰਖਣ ਵਾਲਾ ਵੀ ਤੂੰ ਹੀ ਹੈ, ਸਾਡੀ ਪੜਚੋਲ ਕਰਨ ਵਾਲਾ ਵੀ ਤੂੰ ਹੀ ਹੈ। ਆਪਣੀ ਮਿਹਰ ਜਦੋਂ ਤੱਕ ਕੀਤੀ ਹੈ ਨਾ, ਉਹਨਾਂ ਨੂੰ, ਉਹ ਗੁਰਮੁਖ ਪਿਆਰਿਆਂ ਨੂੰ ਤੇਰਾ ਬਚਨ, ਤੇਰਾ ਨਾਮ ਪ੍ਰਵਾਨ ਹੋ ਗਿਆ। ਪਾਤਸ਼ਾਹ ਜੀ ਕਹਿ ਰਹੇ ਨੇ ਨਾਨਕ ਚਲਤ ਨ ਜਾਪਨੀ ਕੋ ਸਕੈ ਨ ਲਖੈ। ਇਸ ਪਾਤਸ਼ਾਹ ਜੀ ਇਸ ਪੰਕਤੀ ਦੇ ਵਿੱਚ ਕਹਿ ਰਹੇ ਨੇ ਉਸ ਮਾਲਕ ਦੇ, ਵਾਹਿਗੁਰੂ ਦੇ ਚਲਤ ਲੱਖੇ ਨਹੀਂ ਜਾ ਸਕਦੇ। ਗੁਰੂ ਕਿਰਪਾ ਕਰੇ ਜੀ। ਇਸੀ ਲੜੀਵਾਰ ਵਿਚਾਰ ਜਿਹੜੀ ਆਪਾਂ ਇੱਕ ਰੂਟੀਨ ਦੇ ਵਿੱਚ ਕਰਦੇ ਹਾਂ, ਗੌੜੀ ਕੀ ਬਾਰ ਮਹੱਲਾ 5ਵਾਂ, 2 ਸ਼ਲੋਕ ਤੇ ਇੱਕ ਪੌੜੀ ਦੀ ਵਿਚਾਰ ਕੀਤੀ ਹੈ ਜੀ। ਪਹਿਲਾ ਸ਼ਲੋਕ ਸੀ ਜਿਹੜਾ ਮਹਾਰਾਜ ਨੇ ਪਹਿਲੇ ਸ਼ਲੋਕ ਅੰਦਰ ਗੱਲ ਕੀਤੀ ਸੀ ਰੱਬ ਨੂੰ ਚੇਤੇ ਕਰੀਏ। ਦੂਸਰੇ ਸ਼ਲੋਕ ਅੰਦਰ ਗੱਲ ਕੀਤੀ ਸੀ ਰੱਬ ਨੂੰ ਚੇਤੇ ਕਰਨ ਵਾਲੇ ਦੇ ਬੰਦੇ ਵਿੱਚੋਂ ਹੰਕਾਰ ਖਤਮ ਹੋ ਜਾਂਦਾ। ਮੈਂ ਅਕਸਰ ਬੇਨਤੀ ਕਰਦਾ, ਹੰਕਾਰ ਕਿਸੇ ਵੀ ਗੱਲ ਦਾ ਹੋਵੇ, ਅਹੁਦੇ ਦਾ, ਪ੍ਰਾਪਰਟੀ ਦਾ, ਪਦਾਰਥਾਂ ਦਾ, ਹੰਕਾਰ ਮਾੜਾ ਹੀ ਮਾੜਾ ਹੈ। ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਨੇ ਇਹ ਮੂਰਖ ਬੰਦੇ ਆ, ਇਹਨਾਂ ਵਿੱਚੋਂ ਕੁਝ ਵੀ ਤੇਰੇ ਨਾਲ ਨਹੀਂ ਜਾਣ ਵਾਲਾ। ਕਿਉਂਕਿ ਅਕਸਰ ਜਦੋਂ ਬੰਦਾ ਤੁਰ ਜਾਂਦਾ ਨਾ, ਆਪਾਂ ਉਹਦੇ ਗੁਣ ਸੀ ਜੋ ਆਪਾਂ ਉਹੀ ਯਾਦ ਕਰਦੇ ਆ ਨਾ, ਉਹਦੇ ਅੰਦਰ ਫਲਾਣੀ ਕੁਆਲਿਟੀ ਸੀ, ਉਹ ਇੰਨਾ ਚੰਗਾ ਸੀ। ਗੁਰੂ ਕਿਰਪਾ ਕਰੇ ਆਓ ਗੁਰਮੁਖੋ, ਜੋ ਅੱਜ ਦਾ ਇਤਿਹਾਸ ਹੈ, ਅੱਜ ਦੇ ਇਤਿਹਾਸ ਦੇ ਸੰਬੰਧ ਵਿੱਚ ਆਪਾਂ ਸੰਖੇਪ ਵਿਚਾਰ ਕਰਾਂਗੇ। ਪਹਿਲਾਂ ਰੂਟੀਨ ਦੇ ਵਿੱਚ ਵੀ ਆਪਾਂ ਵਿਚਾਰ ਕਰ ਚੁੱਕੇ ਹਾਂ। ਲੜੀਵਾਰ ਵੈਸੇ ਵਿਚਾਰ ਗੁਰੂ ਅਰਜਨ ਸਾਹਿਬ ਦੇ ਜੀਵਨ ਬਾਰੇ ਚੱਲ ਰਹੀ ਹੈ ਜੀ। ਅੱਜ ਦਾ ਜਿਹੜਾ ਵਿਸ਼ੇਸ਼ ਦਿਨ ਹੈ ਸਿੱਖ ਧਰਮ ਦੇ ਵਿੱਚ ਬਹੁਤ ਵਿਸ਼ੇਸ਼ਤਾ ਰੱਖਦਾ, ਬਹੁਤ ਮਹਾਨਤਾ ਰੱਖਦਾ। ਜਦੋਂ ਅਸੀਂ ਸਤਿਗੁਰੂ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਨੂੰ ਪੜ੍ਹਦੇ ਵਿਚਾਰਦੇ ਹਾਂ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਕਾਰਜ ਕੀਤੇ, ਸਭ ਤੋਂ ਵੱਡਾ ਜਿਹੜਾ ਕਾਰਜ ਸੀ ਨਾ, ਉਹ ਅੱਜ ਵਾਲੇ ਦਿਨ ਕੀਤਾ ਸੀ। 1699 ਦੀ ਵਿਸਾਖੀ ਵਾਲੇ ਦਿਨ, ਕਿਉਂਕਿ ਪਿੱਛੇ ਆਪਾਂ ਸਾਰਾ ਇਤਿਹਾਸ ਵਿਚਾਰ ਚੁੱਕੇ ਹਾਂ ਜੀ।
ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੁੰਦੀ ਹੈ, ਉਸ ਤੋਂ ਬਾਅਦ ਕਲਗੀਆਂ ਵਾਲੇ ਪਾਤਸ਼ਾਹ ਗੁਰਤਾ ਗੱਦੀ ਤੇ ਬਹਿੰਦੇ ਨੇ 10ਵੀਂ ਥਾਂ ਤੇ। ਕੇਵਲ ਉਹਨਾਂ ਦੀ ਆਰਜ਼ੂ ਦੀ ਗੱਲ ਕਰੋਗੇ, ਉਮਰ ਦੀ ਗੱਲ ਕਰੋਗੇ, ਕੇਵਲ 42 ਸਾਲ ਤੱਕ ਉਹ ਸਰੀਰਕ ਜਾਮੇ ਵਿੱਚ ਰਹੇ ਨੇ। 42 ਸਾਲ ਦੀ ਉਮਰ ਤੱਕ ਮਹਾਰਾਜ ਨੇ ਆਪਣੀ ਜ਼ਿੰਦਗੀ ਵਿੱਚ 14 ਜੰਗਾਂ ਵੀ ਲੜੀਆਂ ਨੇ। ਉਹਨਾਂ ਜੰਗਾਂ ਦੇ ਤਹਿਤ ਹੀ ਜੇ ਆਪਾਂ ਵਿਚਾਰ ਕਰਾਂਗੇ, ਸਤਿਗੁਰੂ ਮਹਾਰਾਜ ਦਾ ਪਰਿਵਾਰ ਵੀ ਵਿਛੜਦਾ ਹੈ, ਪਰਿਵਾਰ ਦਾ ਵਿਛੋੜਾ ਵੀ ਪੈਂਦਾ ਹੈ, ਪਰ ਫਿਰ ਵੀ ਮਹਾਰਾਜ ਡੋਲੇ ਨਹੀਂ, ਘਬਰਾਏ ਨਹੀਂ। ਸਮੇਂ ਦੀ ਹਕੂਮਤ ਨੇ, ਸਮੇਂ ਦੀ ਸਰਕਾਰ ਨੇ ਬਹੁਤ ਕੁਝ, ਪਹਾੜੀ ਰਾਜਿਆਂ ਦੀ ਗੱਲ ਕਰ ਲਓ ਜਾਂ ਵਿਪਰ ਲੋਕਾਂ ਦੀ ਗੱਲ ਕਰ ਲਓ, ਬਹੁਤ ਕੁਝ ਕਰਦੇ ਰਹੇ ਨੇ। ਉਹ ਧੰਨ ਮਾਤਾ ਗੁਜਰ ਕੌਰ ਕੋਲ ਆ ਕੇ ਬੜਾ ਕੁਝ ਕਹਿੰਦੇ ਰਹੇ ਨੇ, ਭਾਵੇਂ ਮਸੰਦ ਵੀ ਸੀ ਉਹਨਾਂ ਵਿੱਚੋਂ, ਪਰ ਪਾਤਸ਼ਾਹ ਜੀ ਘਬਰਾਏ ਨਹੀਂ, ਡੋਲੇ ਨਹੀਂ। ਅੱਜ ਵਾਲਾ ਜਿਹੜਾ ਵਿਸ਼ੇਸ਼ ਦਿਨ ਆ ਜੀ, ਸਤਿਗੁਰੂ ਕਲਗੀਆਂ ਵਾਲੇ ਮਹਾਰਾਜ ਨੇ ਇੱਕ ਭਾਰੀ ਇਕੱਠ ਰੱਖਿਆ, ਹੁਕਮਨਾਮੇ ਜਾਰੀ ਕਰ ਦਿੱਤੇ। ਹੁਕਮਨਾਮਿਆਂ ਦੇ ਵਿੱਚ ਸਤਿਗੁਰੂ ਮਹਾਰਾਜ ਲਿਖਦੇ ਨੇ ਕਿ ਭਾਈ ਵਿਸਾਖੀ ਦੇ ਤਿਉਹਾਰ ਵਾਲੇ ਦਿਨ, ਵਿਸਾਖੀ ਦੇ ਮੌਕੇ ਸਿੱਖ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਪਹੁੰਚਣਾ ਹੈ, ਕਿਉਂਕਿ ਇਸ ਵਿਸਾਖੀ ਦਾ ਸੰਬੰਧ ਜੇ ਅਸੀਂ ਆਰਥਿਕ ਤੌਰ ਤੇ ਵੀ ਗੱਲ ਕਰਦੇ ਹਾਂ ਨਾ, ਵੀ ਜਦੋਂ ਫਸਲ ਵੱਢ ਲਈ ਜਾਂਦੀ ਹੈ, ਫਸਲ ਵੇਚ ਲਈ ਜਾਂਦੀ ਹੈ, ਹੱਥਾਂ ਵਿੱਚ 4 ਪੈਸੇ ਵੀ ਆ ਜਾਂਦੇ ਨੇ। ਉਸ ਮਾਇਆ ਦੇ ਵਿੱਚੋਂ ਆਪਾਂ ਗੁਰੂ ਘਰ ਲਈ ਦਸਵੰਧ ਕੱਢਦੇ ਹਾਂ।